कल बख्शिश कीती सी। आपां इत्थे तक ये प्रसंग सरवण कीता सी कि जोगा सिंह जो कि सतगुर का प्यारा सिख है, पर मन विकारी हो जाण करके, या इउं कह लीए कि विकारां दे वहण दे विच रुड़ जाण करके ये सतगुरां तो कुछ समय दे लई निकल गया सी सुरती करके। पर गुरु प्यारिओ, सतगुर दा ये सुभाव है, सतगुर दा ये बिरद है, और ये अज तो नहीं, ये आरंभ तो मुੱਢ तो सतगुर दा सुभाव है कि जे जदों वचन इन्हें कर दिता सी ना कि सतगुर जी ने पूछा कि जोगा सिंघा अज तू अमृत पान कर लिया है, हुण तू किहदे जोगा है? ते सतगुरां ने इन्हें जवाब दिता सी, कहंदा सतगुर जी मैं हुण केवल तुहाडे जोगा हाँ। ते सतगुर कहंदे चंगा, फिर जे तू हुण साडे जोगा है ते असीं भी तेरे जोगे ही हाँ। ਇਹਦਾ अर्थ ਇਹ ਹੋਇਆ कि ਅਸੀਂ ਹੁਣ ਤੈਨੂੰ ਡਿੱਗਣ नहीं देवांगे, ਅਸੀਂ ਹੁਣ ਤੈਨੂੰ हर ਥਾਂ ਤੇ ਬਾਂਹ ਫੜ ਕੇ ਤੈਨੂੰ ਉਸ ਨਰਕ ਕੁੰਭੀ ਦੇ ਵਿੱਚੋਂ, ਉਸ ਪਾਪ ਅਗਰ ਦੇ ਵਿੱਚੋਂ ਕੱਢ ਲਵਾਂਗੇ। ਤੇ ਗੁਰੂ ਪਿਆਰਿਓ, ਜਿਨਨੇ ਸੰਗਤ ਇੰਨਾ ਸਮਾਂ ਸਤਿਗੁਰ ਦੀ ਕਰ ਲਈ ਹੋਵੇ ਤੇ ਸਤਿਗੁਰੂ ਭਲਾ ਉਹਨੂੰ ਕਿਵੇਂ ਡਿੱਗਣ ਦੇ ਸਕਦੇ ਹਨ? ਸਤਿਗੁਰੂ ਉਹਦੇ ਉੱਪਰ ਕਿਉਂ ਨਹੀਂ ਬਖਸ਼ਿਸ਼ ਕਰਨਗੇ? ਤੇ ਗੁਰੂ ਪਿਆਰਿਓ, ਜਿਹੜਾ ਸੰਗਤ ਹੈ ਨਾ, ਜਿਵੇਂ ਅੱਜ ਅਸੀਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕਰਕੇ ਬੈਠੇ ਹਾਂ, ਇਹ ਸੰਗਤ ਦਾ ਮਨੁੱਖੀ ਜ਼ਿੰਦਗੀ ਉੱਤੇ ਬੜਾ ਪ੍ਰਭਾਵ ਹੈ। ਜੇ ਕਿਸੇ ਮਾੜੇ ਦੇ ਨਾਲ, ਕਿਸੇ ਕੱਚੇ ਪਿੱਲੇ ਠੱਗ ਬਾਬੇ ਦੇ ਨਾਲ ਸੰਗਤ ਬਣ ਜਾਵੇ ਤੇ ਉਹ ਸਾਰਾ ਕੁਝ ਲੁੱਟ ਲੈਂਦਾ ਹੈ। ਤੇ ਜੇ ਕਿਤੇ ਉਹ ਸੱਚੇ ਪਾਤਸ਼ਾਹ ਗੁਰੂ ਦੇ ਨਾਲ ਸੰਗਤ ਬਣ ਜਾਵੇ ਤੇ ਉਹ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਮਤਲਬ ਪਾਤਸ਼ਾਹ ਕਰ ਦਿੰਦਾ ਹੈ, ਨਾਮ ਧਨ ਬਖਸ਼ਿਸ਼ ਕਰ ਦਿੰਦਾ ਹੈ, ਸ਼ੁਭ ਗੁਣਾਂ ਦਾ ਜਿਹੜਾ ਭੰਡਾਰ ਹੈ ਉਹ ਬਖਸ਼ਿਸ਼ ਕਰ ਦਿੰਦਾ ਹੈ। ਤੇ ਗੁਰੂ ਪਿਆਰਿਓ, ਭਾਈ ਜੋਗੇ ਦੀ ਇਹ ਕੀਤੀ ਕਮਾਈ ਵੀ ਇੱਥੇ ਧਿਆਨ ਦੇਣ ਯੋਗ ਹੈ। ਕੇਵਲ ਅਸੀਂ ਇੱਕੋ ਪਾਸੇ ਨਾ ਬਚੀਏ ਕਿ ਭਾਈ ਜੋਗਾ ਵਿਕਾਰੀ ਹੋ ਗਿਆ ਸੀ। ਉਹ ਸਤਿਗੁਰ ਦਾ ਹੀ ਇੱਕ ਮਾਇਆ ਜਾਲ ਸੀ, ਉਹ ਸਤਿਗੁਰ ਦਾ ਹੀ ਪਾਇਆ ਇੱਕ ਪਰਚਾ ਸੀ। ਕਿਉਂ? ਕਿਉਂਕਿ ਸਤਿਗੁਰੂ ਆਪ ਹੀ ਆਪਣੇ ਸਿੱਖ ਨੂੰ ਪਰਚਾ ਪਾਉਂਦੇ ਹਨ। मैं कल भी अर्ज की सी, कल के दीवान के अंदर भी, कि गुरु प्यारिओ एक टीचर है सानू पढ़ाने वाला, साडे भविख की खातर वो समा खर्च करता है, सानू सिक्ख्या दिंदा है। ते परचा पाउण दा अधिकार भी उसे टीचर दा, उसे अध्यापक दा है, किसी दूजे दा नहीं। ते उस परचे दे विचों ये वेखना कि जो मैं इन्हूं सिखाया है, जो मैं इन्हूं पढ़ाया है, ये बड़ा किन्ने को नंबर लैके उहदे विच पास होया है, किस डिवीजन के नाल उहदे विचों निकलिया है, ये भी उस टीचर ने ही वेखना है। तो इस तरह ही कुछ इस भाई जोगा सिंह नाल वापरिया है। सतगुर ने इन्हूं एक ऐसा परचा पाया ते वो परचे दे विच फेल भी नहीं होण दिता, इहदी सहायता भी कीती। ते गुरु प्यारिओ, ये सतगुर दा सुभाव है, ये संगत कीती दा नतीजा है। ते भाई गुरदास जी संगत दे बाबत अर्ज करते हैं, वो कहते तनक ही जामन कै दूध दध होत जैसे। कहते जे किते जाग दी एक बूंद भी क्वांटल दे क्वांटल दुध दे विच भी पै जावे ना, दही दी एक छिट भी किते उस दुध दे विच पै जावे ते उस दुध नूं वो अपनी रंगत चाढ़ दिंदी है। तनक ही जामन कै दूध दध होत जैसे, तनक ही कांजी परे दूध फाट जात है। ते जे किते उसे दुध दे विच किते कांजी दी बूंद पै जावे, खटियाई दी बूंद पै जावे ते ਉਹ ਉਸ ਦੁੱਧ ਨੂੰ ਪਾੜ ਕੇ ਰੱਖ ਦਿੰਦੀ ਹੈ, ਦੁੱਧ ਫਟ ਜਾਂਦਾ ਹੈ ਅਤੇ ਕਿਸੇ ਕੰਮ ਦਾ ਨਹੀਂ ਰਹਿੰਦਾ। ਭਾਵ ਕਿ ਜੇ ਸੰਗਤ ਮਾੜੇ ਦੇ ਨਾਲ ਬਣ ਜਾਵੇ, ਜੇ ਸਾਡੇ ਕੋਲ ਦੁੱਧ ਰੂਪੀ ਸ਼ੁਭ ਕਰਮ ਹਨ ਤੇ ਸੰਗਤ ਦਹੀਂ ਦੇ ਨਾਲ ਬਣ ਗਈ ਹੈ ਤੇ ਉਹ ਉਹਨੂੰ ਆਪਣੀ ਰੰਗਤ ਚਾੜ ਦੇਵੇਗਾ ਤੇ ਜਿਹੜੇ ਸਾਡੇ ਸ਼ੁਭ ਗੁਣ ਹਨ ਉਹਨਾਂ ਨੂੰ ਖਤਮ ਕਰ ਦੇਵੇਗਾ। ਜੇ ਸਾਡੇ ਕੋਲ ਦੁੱਧ ਹੈ, ਸਾਡੇ ਦੁੱਧ ਰੂਪੀ ਸ਼ੁਭ ਕਰਮ ਹਨ ਤੇ ਸੰਗਤ ਸਾਡੀ ਕਾਂਜੀ ਦੇ ਨਾਲ ਬਣ ਗਈ ਹੈ, ਕਟਿਆਈ ਦੇ ਨਾਲ ਬਣ ਗਈ ਹੈ ਤੇ ਸਾਡੇ ਕੋਲ ਜਿਹੜੇ ਸ਼ੁਭ ਕਰਮ ਹਨ ਉਹ ਖਤਮ ਹੋ ਜਾਣਗੇ। ਦੁਹਰਾ ਦੇਣਾ, ਤਨਕ ਹੀ ਜਾਮਨ ਕੈ दूध दध होत जैसे। दध ਦਾ ਅਰਥ ਹੈ ਦਹੀਂ, ਤਨਕ ਹੀ ਜਾਮਨ ਦਾ ਅਰਥ ਹੈ ਜਾਗ। ਤਨਕ ਹੀ ਜਾਮਨ ਕੈ दूध दध होत जैसे, तनक ही कांजी परੈ दूध फाट जात है। तनक ही बीज बोए बिरख बिथार होए। कहते ਜਿਹੜਾ ਭੋਰਾ ਚਾਹ ਪੱਤੀ ਦੇ ਦਾਣੇ ਜਿੰਨਾ ਬੀਜ ਬੀਜਿਆ ਸੀ
ਕਿਸੇ ਨੇ ਸੋਚਿਆ ਸੀ ਕਿ ਅੱਜ ਤੋਂ 5 ਸਾਲ ਪਹਿਲਾਂ ਇਹ ਜਿਹੜਾ ਬੀਜ ਬੀਜਿਆ ਸੀ ਇਹ ਐਡਾ ਫਲਦਾਰ ਰੁੱਖ ਇਹਦੇ ਵਿੱਚੋਂ ਹੀ ਪੈਦਾ ਹੋਇਆ ਹੈ। ਇਹ ਤਿਲ ਭਰ ਕੀਤੀ ਸੰਗਤ ਦਾ ਨਤੀਜਾ ਹੈ। ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ ਤੇ ਤਨਕ ਹੀ ਚਿਨਕ ਪਰੈ ਭਸਮ ਸਮਾਤ ਹੈ। ਤੇ ਜੇ ਕਿਤੇ ਉਹ ਰੁੱਖ ਦੇ ਉੱਪਰ ਕਿਤੇ ਚੰਗਿਆੜੀ, ਕਈ ਵਾਰੀ ਆਪਾਂ ਖਬਰਾਂ ਵਿੱਚ ਸੁਣਦੇ ਹਾਂ, ਨਿਊਜ਼ ਵਿੱਚ ਸੁਣਦੇ ਹਾਂ ਕਿ ਜੰਗਲ ਵਿੱਚ ਅੱਗ ਲੱਗ ਗਈ ਜੀ। ਹੁਣ ਗੁਰੂ ਪਿਆਰਿਓ, ਜੰਗਲ ਵਿੱਚ ਕੋਈ ਅੱਗ ਲਾਉਣ ਥੋੜੀ ਜਾਂਦਾ ਹੈ, ਉੱਥੇ ਰਗੜ ਦੇ ਨਾਲ ਅੱਗ ਆਪ ਹੀ ਲੱਗ ਜਾਂਦੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇਖੋ ਕਿਹੜੇ ਜ਼ਮਾਨੇ ਦੇ ਵਿੱਚ ਇਹ ਗੱਲਾਂ ਕਰਦੇ ਹਨ। ਇਹ ਗੱਲਾਂ ਅੱਜ ਵੀ ਸੁਣਨ ਦੇ ਵਿੱਚ ਅਨੋਖੀਆਂ ਲੱਗਦੀਆਂ ਹਨ। ਤੇ ਭਾਈ ਸਾਹਿਬ ਕਹਿੰਦੇ ਤਨਕ ਹੀ ਚਿਨਕ ਪਰੈ ਭਸਮ ਹੋਏ ਸਮਾਤ ਹੈ। ਕਹਿੰਦੇ ਜੇ ਕਿਤੇ ਉਸੇ ਫਲਦਾਰ ਬੂਟੇ ਉੱਤੇ ਚੰਗਿਆੜੀ ਅੱਗ ਦੀ ਪੈ ਜਾਵੇ ਤੇ ਉਹ ਉਹਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਭਾਵ ਕਿ ਜਿਹੜਾ ਬੀਜ ਤੋਂ ਬਣਿਆ ਰੁੱਖ ਅਤੇ ਰੁੱਖ ਆ ਗਿਆ ਅੱਗ ਦੇ ਸੰਪਰਕ ਦੇ ਵਿੱਚ, ਅੱਗ ਦੀ ਸੰਗਤ ਦੇ ਵਿੱਚ, ਤੇ ਉਸ ਅੱਗ ਨੇ ਉਹਨੂੰ ਸਾੜ ਕੇ ਸੁਆਹ ਕਰ ਦਿੱਤਾ। ਦੁਹਰਾਦਿਆਂ ਪੰਕਤੀ ਭਾਈ ਸਾਹਿਬ ਕਹਿੰਦੇ ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ ਤਨਕ ਹੀ ਚਿਨਕ ਪਰੈ ਭਸਮ ਹੋਏ ਸਮਾਤ ਹੈ। ਤੇ ਅਗਲੀ ਪੰਕਤੀ ਵਿੱਚ ਭਾਈ ਸਾਹਿਬ ਕਹਿੰਦੇ ਤਨਕ ਹੀ ਖਾਏ ਬਿਕ ਹੋਤ ਹੈ ਵਿਨਾਸ਼ ਕਾਲ। ਹੁਣ ਗੁਰੂ ਪਿਆਰਿਓ ਕਿੱਡਾ ਵੱਡਾ ਮਨੁੱਖੀ ਸਰੀਰ ਹੈ, ਕਿੰਨਾ ਕੁਝ ਸਾਰਾ ਦਿਨ ਖਾਂਦਾ ਪੀਂਦਾ ਹੈ, ਪਰ ਜੇ ਕਿਤੇ 2 ਬੂੰਦਾਂ ਜ਼ਹਿਰ ਦੀਆਂ ਕਿਤੇ ਖਾ ਲਵੇ, ਜਿੱਡਾ ਮਰਜ਼ੀ ਤਗੜਾ ਸਰੀਰ ਬਲਵਾਨ ਸਡੌਲ ਹੋਵੇ, ਉਹ ਜ਼ਹਿਰ ਦੀਆਂ 2 ਬੂੰਦਾਂ ਨੂੰ ਨਸ਼ਟ ਕਰ ਦੇਣਗੀਆਂ, ਖਤਮ ਕਰ ਦੇਣਗੀਆਂ। ਕਿਉਂ? ਕਿਉਂਕਿ ਸੰਗਤ ਮਾੜੇ ਨਾਲ ਹੋ ਗਈ। ਜੇ ਚੰਗੀ ਖੁਰਾਕ ਨਾਲ ਸੰਗਤ ਹੈ ਤੇ ਸਰੀਰ ਬਣੇਗਾ, ਸਰੀਰ ਵਧੇਗਾ। ਤੇ ਜੇ ਕਿਤੇ ਸੰਗਤ ਅਸੀਂ ਜ਼ਹਿਰ ਨਾ ਕਰ ਲਈ ਤੇ ਉਹ ਜਿਹੜਾ ਜ਼ਹਿਰ ਹੈ ਉਹ ਸਰੀਰ ਨੂੰ ਤਬਾਹ ਕਰ ਦੇਵੇਗਾ ਤੇ ਕੁਝ ਮਿੰਟਾਂ ਵਿੱਚ ਉਹ ਬੰਦਾ ਤੜਫ ਕੇ ਆਪਣੇ ਪ੍ਰਾਣ ਤਿਆਗ ਦੇਵੇਗਾ। ਤਨਕ ਹੀ ਖਾਏ ਬਿਖ ਹੋਤ ਹੈ ਵਿਨਾਸ਼ ਕਾਲ ਤਨਕ ਹੀ ਅੰਮ੍ਰਿਤ ਕੇ ਅਮਰ ਹੋਏ ਗਾਤ ਹੈ। ਤੇ ਜੇ ਕਿਤੇ ਉਸੇ ਸਰੀਰ ਨੂੰ ਜ਼ਹਿਰ ਦੀ ਬਜਾਏ ਕਿਸੇ ਰੋਗੀ ਸਾਲਾਂ ਤੋਂ ਮੰਜੇ ਤੇ ਪਏ ਸਰੀਰ ਨੂੰ ਕਿਤੇ ਅੰਮ੍ਰਿਤ ਦੀਆਂ 2 ਬੂੰਦਾਂ ਮਿਲ ਜਾਣ ਤੇ ਉਹ ਸਰੀਰ ਉੱਠ ਕੇ ਖਲੋ ਜਾਂਦਾ ਹੈ, ਕੁਝ ਦਿਨਾਂ ਦੇ ਵਿੱਚ ਨਰਵਾ ਹੋ ਜਾਂਦਾ ਹੈ। ਇਹ ਹੈ ਸੰਗਤ ਦਾ ਨਤੀਜਾ, ਮਾੜੀ ਅਤੇ ਚੰਗੀ। ਤੇ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਸੰਗਤ ਅਸਾਧ ਸਾਧ ਗਨਕਾ ਬਵਸਤਾ ਜੋ ਤਨਕ ਹੀ ਉਪਕਾਰ ਆਓ ਵਿਕਾਰ ਘਾਤ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜੇ ਕਿਤੇ ਸੰਗਤ ਗੁਰਮੁਖਾਂ ਦੇ ਨਾਲ ਬਣ ਜਾਵੇ ਤੇ ਜਿਹੜੇ ਕੀਤੇ ਮਾੜੇ ਕਰਮ ਸਨ ਉਹ ਮਿੰਟਾਂ ਦੇ ਵਿੱਚ ਚੰਗੇ ਕਰਮਾਂ ਦੇ ਵਿੱਚ ਬਦਲ ਜਾਂਦੇ ਹਨ। ਤੇ ਜੇ ਕਿਤੇ ਸੰਗਤ ਮਨਮੁਖਾਂ ਦੇ ਨਾਲ ਬਣ ਜਾਵੇ ਤੇ ਜਿਹੜੇ ਕੀਤੇ ਚੰਗੇ ਕਰਮ ਸਨ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਭੈੜੇ ਵਿਕਾਰਾਂ ਦੇ ਵਿੱਚ ਬਦਲ ਜਾਂਦੇ ਹਨ। ਤੇ ਹੁਣ ਗੁਰੂ ਪਿਆਰਿਓ ਭਾਈ ਜੋਗਾ ਸਿੰਘ ਦੀ ਮੱਤ ਉੱਤੇ ਵੀ ਐਸਾ ਹੀ ਪੜਦਾ ਪਿਆ ਕੁਝ ਸਮੇਂ ਦੇ ਲਈ। ਕਿਉਂ? ਕਿਉਂਕਿ ਇਹਨੇ ਵਿਸ਼ਵਾ ਦੇ ਦਰਸ਼ਨ ਕਰ ਲਏ, ਸੰਗਤ ਬਿਰਤੀ ਇਹਦੀ ਉਧਰ ਚਲੀ ਗਈ ਤੇ ਇਹਦੀ ਜਿਹੜੀ ਸਾਰੀ ਬਿਰਤੀ ਸਾਰੀ ਰਾਤ ਇਹਦੀ ਇਸੇ ਤਰ੍ਹਾਂ ਜਾਗਦਿਆਂ ਲੰਘ ਗਈ। ਤੇ ਸਤਿਗੁਰਾਂ ਨੇ ਇਹਨੂੰ ਉੱਥੇ ਪਹਿਰੇਦਾਰ ਬਣ ਕੇ ਬਚਾਇਆ ਤੇ ਇਹਦੀ ਅਕਲ ਤੋਂ ਪੜਦਾ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ ਤੇ ਉਹ ਜਿਹੜਾ ਪੜਦਾ ਸੀ ਇਹਦੀ ਅਕਲ ਤੋਂ ਚੁੱਕਿਆ ਗਿਆ ਹੈ। ਤੇ ਹੁਣ ਇਹ ਬੜੇ ਪਛਤਾਵੇ ਦੇ ਨਾਲ ਸਤਿਗੁਰਾਂ ਦੀ ਪੂਰੀ ਆਨੰਦਪੁਰੀ ਦੇ ਵਿੱਚ ਆਇਆ ਹੈ। ਤੇ ਸਤਿਗੁਰਾਂ ਨੇ ਇਹਨੂੰ ਹੱਸ ਕੇ, ਕਿਉਂ ਸਤਿਗੁਰ ਅੰਤਰਜਾਮੀ ਹਨ, ਸਤਿਗੁਰ ਹੱਸ ਕੇ ਕਹਿੰਦੇ ਸੁਣਾ ਭਾਈ ਜੋਗਿਆ ਰਾਤ ਤੇਰੀ ਕਿਵੇਂ ਬੀਤੀ, ਕਿਵੇਂ ਗੁਜ਼ਰੀ। ਤੇ ਜੋਗਾ ਸਿੰਘ ਲੱਖੀਗਤ ਸੋਏ ਮਾਮਹਿਤ ਚੋਬਦਾਰ ਗੁਰ ਹੋਏ। ਤੇ ਫਿਰ ਜੋਗਾ ਸਿੰਘ ਨੇ ਕਿਹਾ, ਕਹਿੰਦੇ ਸਤਿਗੁਰ ਜੀ ਤੁਸੀਂ ਮੇਰੀ ਖਾਤਰ, ਮੈਨੂੰ ਬਚਾਉਣ ਦੀ ਖਾਤਰ ਕਿ ਮੈਂ ਕਿਤੇ ਪਾਪ ਅੱਗ ਦੇ ਵਿੱਚ ਡਿੱਗ ਕੇ ਸੜ ਨਾ ਜਾਵਾਂ, ਤੁਸੀਂ ਮੇਰੀ ਖਾਤਰ ਚੌਬਦਾਰ ਬਣ ਕੇ, ਪਹਿਰੇਦਾਰ ਬਣ ਕੇ ਉੱਥੇ ਪਹਿਰਾ ਦਿੰਦੇ ਰਹੇ। ਤੇ ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ 4 ਲਾਈਨਾਂ ਲਿਖੀਆਂ ਹਨ ਇਸ ਬਾਬਤ। ਜਦੋਂ ਉਹ ਮੇਰੇ ਪਿਤਾ ਜੀ ਦੱਸਦੇ ਹਨ, ਕਹਿੰਦੇ ਜਦੋਂ ਉਹ ਇਹ ਸਾਖੀ ਸੁਣਾਉਂਦੇ ਸਨ ਭਾਈ ਜੋਗਾ ਸਿੰਘ ਜੀ ਵਾਲੀ, ਤੇ ਇਹਦੇ ਨਾਲ ਉਹ ਜਿਹੜੀਆਂ 4 ਸਤਰਾਂ ਹਨ ਉਹ ਕਮਾਲ ਦੀਆਂ ਸਤਰਾਂ ਹਨ, ਬੜੀਆਂ ਪ੍ਰਭਾਵਸ਼ਾਲੀ, ਉਹ ਜੋੜ ਕੇ ਨਾਲ ਸੁਣਾਉਂਦੇ ਸਨ। ਉਹ ਇਸ ਤਰ੍ਹਾਂ ਹਨ, ਉਹ ਕਹਿੰਦੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੇ ਲਾਲ ਜੀ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੇ ਲਾਲ ਜੀ। ਵਾਰੇ ਪਰਿਵਾਰ ਚਾਰੇ ਪੁੱਤਰ ਕੁਹਾਏ ਦਵੇ, ਦੇਸ਼ ਕੌਮ ਪੰਥ ਉਤੋਂ ਕੁਰਬਾਨ ਵਾਲ ਵਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ, ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ। ਪਾਪ ਅੱਗ ਵਿੱਚੋਂ ਲਵੇ
ਸਿੱਖ ਨੂੰ ਨਿਕਾਲ ਜੀ। ਤੇ ਇਸ ਤਰ੍ਹਾਂ ਭਾਈ ਜੋਗਾ ਸਿੰਘ ਨੇ ਆ ਕੇ ਦਰਬਾਰ ਦੇ ਵਿੱਚ ਅਗਿੱਥਿਆ ਸੁਣਾਈ। ਕਹਿੰਦੇ ਸਤਿਗੁਰੂ ਜੀ ਤੁਸੀਂ ਮੇਰੀ ਖਾਤਰ ਪਹਿਰੇਦਾਰ ਬਣ ਕੇ, ਚੌਕੀਦਾਰ ਬਣ ਕੇ ਉੱਥੇ ਖੜੇ ਰਹੇ ਹੋ ਤੇ ਮੈਨੂੰ ਇਸ ਅੱਗ ਦੇ ਵਿੱਚ ਡਿੱਗਣ ਤੋਂ ਬਚਾ ਲਿਆ ਹੈ। ਸਮੁੱਚ ਭਾਰਤਾ ਚਰਨੀ ਪਰਿਓ, ਧੰਨ ਪ੍ਰਭੂ ਦੇ ਹਾਥ ਉਭਰਿਓ। ਕਹਿੰਦੇ ਸਤਿਗੁਰੂ ਜੀ ਮੈਨੂੰ ਇਹ ਸਾਰੀ ਵਾਰਤਾ ਜਿਹੜੀ ਸਮਝ ਲੱਗ ਗਈ ਹੈ ਕਿ ਇਹ ਸਾਰਾ ਤੁਹਾਡਾ ਹੀ ਰਚਾਇਆ ਕੌਤਕ ਹੈ। ਧੰਨ ਪ੍ਰਭੂ ਦੇ ਹੱਥ ਦੇ ਉਭਰਿਓ ਤੇ ਤੁਸੀਂ ਮੈਨੂੰ ਆਪਣਾ ਹੱਥ ਦੇ ਕੇ ਉਵਾਰ ਲਿਆ ਹੈ, ਬਚਾ ਲਿਆ ਹੈ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੇ ਲਿਹੋ ਉਵਾਰੀ। ਰੱਖੇ ਰੱਖਣ ਹਾਰ ਆਪ ਉਵਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਤੇ ਮੈਨੂੰ ਵੀ ਡਿੱਗਦੇ ਨੂੰ ਤੁਸੀਂ ਆਪਣਾ ਇਹ ਜਿਹੜਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ ਜੀ। ਆਪ ਸਮਾਨ ਨਾ ਅਪਰ ਕਿਰਪਾਲਾ, ਸਦਾ ਦਾਸ ਕੇ ਬਣ ਰਖਵਾਲਾ। ਕਹਿੰਦੇ ਤੁਹਾਡੇ ਵਰਗਾ ਕੋਈ ਦੂਜਾ ਕਿਰਪਾਲਾ, ਕਿਰਪਾਲਾ ਦਾ ਅਰਥ ਹੈ ਕਿਰਪਾ ਦਾ ਘਰ, ਕਿਰਪਾ ਦਾ ਖਜ਼ਾਨਾ, ਸਤਿਗੁਰੂ। ਭਾਵ ਕਿ ਤੁਹਾਡੇ ਵਰਗਾ ਕੋਈ ਦੂਜਾ ਕਿਰਪਾਲੂ ਐਸਾ ਸਤਿਗੁਰੂ ਨਹੀਂ ਹੈ। ਸਦਾ ਦਾਸ ਕੇ ਬਨ ਰਖਵਾਲਾ, ਤੇ ਤੁਸੀਂ ਆਪਣੇ ਦਾਸ ਦੀ ਹਰ ਹਾਲਤ ਦੇ ਵਿੱਚ, ਹਰ ਅਵਸਥਾ ਦੇ ਵਿੱਚ ਰਾਖੀ ਕਰਨ ਵਾਲੇ ਹੋ। ਜੋ ਜਿਠਾਈ ਸਿੱਖ ਕੇ ਕਾਰਨ, ਜਿਉ ਕਿਉ ਕਰੋ ਸਾਸ ਉਦਾਹਰਣ। ਜਿਠਾਈ ਦਾ ਅਰਥ ਹੈ ਵਡਿਆਈ। ਭਾਵ ਕਿ ਤੁਸੀਂ ਐਡੇ ਸ਼ਹਿਨਸ਼ਾਹ ਸਰਬੰਸਦਾਨੀ ਸਤਿਗੁਰੂ ਹੋ, ਚਬਰ ਚਤਰ ਤਖਤ ਦੇ ਮਾਲਕ ਹੋ। ਤੁਹਾਡੇ ਇੱਕ ਇਸ਼ਾਰੇ ਤੇ ਕੀ ਨਹੀਂ ਹੋ ਸਕਦਾ, ਪਰ ਤੁਸੀਂ ਆਪਣੀ ਜਿਹੜੀ ਵਡਿਆਈ ਹੈ ਆਪਣੇ ਸਿੱਖ ਦੇ ਕਾਰਨ ਉਹਨੂੰ ਤਿਆਗ ਕੇ, ਉਹਨੂੰ ਛੱਡ ਕੇ ਸਿਰਫ ਇੱਕ ਪਹਿਰੇਦਾਰ ਬਣ ਕੇ ਉਸ ਵਿਸ਼ਵਾ ਦੇ ਦਵਾਰ ਤੇ ਜਾ ਖਲੋਤੇ। ਜਿਉਂ ਕਿਉਂ ਕਰੋ ਦਾਸ ਉਦਾਹਰਣ। ਤੇ ਇਸ ਤਰ੍ਹਾਂ ਮੈਨੂੰ ਪਤਾ ਹੈ ਤੁਸੀਂ ਕਿਉਂ ਕੀਤਾ ਹੈ, ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡਾ ਜਿਹੜਾ ਗੁਰਸਿੱਖ ਹੈ ਇੱਕ ਤੇ ਰੁੜ ਨਾ ਜਾਵੇ, ਇੱਕ ਤੇ ਬੇਕਾਰੀ ਨਾ ਬਣ ਜਾਵੇ। ਇਸ ਲਈ ਤੁਸੀਂ ਇਹ ਸਾਰਾ ਖੇਡ ਰਚਾਇਆ ਹੈ। ਨਹੀਂ ਨਾ ਕਰੋ ਸਦਾ ਬਣ ਆਇਆ, ਨਾਮ ਦੇਵ ਕੋ ਜਾ ਪਰਚਾਇਆ। ਨਈ ਦਾ ਅਰਥ ਨਵੀਂ। ਕਹਿੰਦੇ ਇਹ ਤੁਸੀਂ ਕੋਈ ਅੱਜ ਨਵੀਂ ਗੱਲ ਵੀ ਨਹੀਂ ਕੀਤੀ। ਜੇ ਕਦੇ ਪਿੱਛੇ ਝਾਤ ਮਾਰੀਏ, ਭਗਤਾਂ ਤੇ ਤੂੰ ਸਦਾ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਭਜਾਇਆ। ਕਿ ਇਹ ਤੁਹਾਡੀ ਵਡਿਆਈ ਹੈ। ਜਦੋਂ ਕਦੇ ਤੁਹਾਡੇ ਭਗਤ ਪ੍ਰਹਿਲਾਦ ਦੇ ਦੁੱਖ ਆਣ ਬਣਿਆ ਤੇ ਤੁਸੀਂ ਹਰਨਾਕਸ਼ ਦਾ ਰੂਪ ਧਾਰਨ ਕਰਕੇ ਉਹਨੂੰ ਮਾਰ ਪਚਾਇਆ। ਤੇ ਇਸ ਤਰ੍ਹਾਂ ਤੁਸੀਂ ਨਾਮਦੇਵ ਦੀ ਵੀ ਰੱਖਿਆ ਕੀਤੀ ਹੈ। ਧੰਨੇ ਕੇ ਬਚਰੇ ਗਣ ਚਾਰੇ, ਹਿਤ ਕਬੀਰ ਕੇ ਬਣ ਬਣ ਜਾਰੇ। ਤੇ ਕਦੇ ਤੁਸੀਂ ਕਿਸੇ ਰੂਪ ਦੇ ਵਿੱਚ ਆ ਕੇ ਧੰਨੇ ਦੇ ਜਿਹੜੀਆਂ ਗਾਵਾਂ ਹਨ ਉਹਨਾਂ ਨੂੰ ਚਰਾਇਆ ਹੈ ਅਤੇ ਤੁਸੀਂ ਕਬੀਰ ਦੀ ਰਾਖੀ ਕੀਤੀ ਹੈ। ਤੇ ਕਬੀਰ ਦੀ ਰਾਖੀ ਕਿਵੇਂ ਕੀਤੀ ਹੈ? ਆਪ ਜਿਹੜੇ ਕੀਰਤਨ ਵਿੱਚ ਹੁਣੇ ਹਾਜ਼ਰ ਸੀ ਉਹਨਾਂ ਨੇ ਭਾਈ ਸਾਹਿਬ ਪਾਸੋਂ ਸ਼ਬਦ ਸੁਣਿਆ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਇਹ ਸ਼ਬਦ ਦੀ ਆਰੰਭਤਾ ਹੈ, ਗੰਗ ਗੁਸਾਇਨ ਗਹਿਰ ਕਬੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਗੰਗ ਗੁਸਾਇਨ ਭਾਵ ਕਿ ਗੰਗਾ ਮਾਤਾ ਦੇ ਕਿਨਾਰੇ ਤੇ, ਗਹਿਰੀ ਡੂੰਘੀ ਗੰਗਾ ਦੇ ਕਿਨਾਰੇ ਤੇ ਕਬੀਰ ਨੂੰ ਜੰਜੀਰਾਂ ਬੰਨ੍ਹ ਕੇ ਵਿਰੋਧੀ ਲੋਕਾਂ ਨੇ ਖੜਾ ਕਰ ਦਿੱਤਾ ਹੈ। ਕਿਉਂ? ਡੋਬਣ ਵਾਸਤੇ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਤੇ ਕਹਿੰਦੇ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਕਹਿੰਦੇ ਪਰ ਮੇਰਾ ਮਨ ਅਡੋਲ ਹੈ, ਪਰ ਮੇਰਾ ਮਨ ਨਹੀਂ ਡੋਲਦਾ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਤੇ ਭਗਤ ਕਬੀਰ ਨੂੰ ਇਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ। ਤੇ ਕਹਿੰਦੇ ਜਦੋਂ ਜੰਜੀਰਾਂ ਬੰਨ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ ਨਾ, ਹੱਥ ਪੈਰ ਬੰਨ ਕੇ, ਤੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਤੇ ਕਹਿੰਦੇ ਗੰਗਾ ਦੀਆਂ ਲਹਿਰਾਂ ਨੇ ਜਿਹੜੀਆਂ ਮੇਰੀਆਂ ਜੰਜੀਰਾਂ ਸਨ ਉਹ ਮਨ ਨੂੰ ਖੋਲ ਦਿੱਤੀਆਂ, ਟੁੱਟ ਗਈਆਂ। ਇਹ ਕੋਈ ਤਰਕ ਵਿਤਰਕ ਵਾਲੀ ਗੱਲ ਨਹੀਂ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਰਾਗ ਭੈਰਵ ਦੇ ਅੰਦਰ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਤੇ ਕਹਿੰਦੇ ਕਬੀਰ ਉਹਨਾਂ ਲਹਿਰਾਂ ਉੱਤੇ ਇਉਂ ਕਰਨ ਲੱਗ ਪਿਆ ਜਿਵੇਂ ਕਦੇ ਮ੍ਰਿਗਸ਼ਾਲਾ ਉੱਤੇ ਬੈਠਾ ਹੋਵੇ। ਤੇ ਇਸ ਤਰ੍ਹਾਂ ਤੁਸੀਂ ਕਬੀਰ ਦੀ ਵੀ ਰੱਖਿਆ ਕੀਤੀ ਹੈ। ਤੇ ਮਈ ਮਾਮੇ ਤਪੇ ਚੋਬਦਾਰਾ, ਸੇਵਕ ਰਾਖੇ
ਰਾਖਿਓ ਬਿਰਦ ਸੰਭਾਰਾ। ਕਹਿੰਦੇ ਤੁਸੀਂ ਹੀ ਮੇਰੀ ਖਾਤਰ ਚੌਕੀਦਾਰ ਪਹਿਰੇਦਾਰ ਬਣ ਕੇ ਉੱਥੇ ਖੜੇ ਸੀ, ਸੇਵਕ ਰਾਖਿਓ ਬਿਰਦ ਸੰਭਾਰਾ। ਤੇ ਇਹ ਤੁਹਾਡਾ ਸੁਭਾਅ ਹੈ, ਹਰ ਜੁਗ ਜੁਗ ਰੱਖਦਾ ਆਇਆ ਪੈਜ ਭਗਤਾਂ ਦੀ। ਉਹ ਸਦਾ ਹੀ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਉਹ ਸਦਾ ਹੀ ਆਪਣੇ ਸੇਵਕਾਂ ਦੀ ਰਖਵਾਲੀ ਕਰਦਾ ਹੈ। ਤੇ ਇਹ ਕੋਈ ਨਵੀਂ ਗੱਲ ਨਹੀਂ ਕੀਤੀ, ਇਹ ਤੁਹਾਡਾ ਸੁਭਾਅ ਹੈ ਤੇ ਤੁਸੀਂ ਇਹਨੂੰ ਨਿਭਾਇਆ ਹੈ। ਮੇਰੋ ਕਹਿਓ ਕਾ ਸ਼ਬਦ ਹੈ, ਆਪ ਸੁਣਾਵੋ ਸਭ ਸੁਣ ਲੈ। ਕਹਿੰਦੇ ਹੁਣ ਮੈਂ ਆਪਣੇ ਬਾਰੇ ਹੋਰ ਕਿੰਨੀ ਕੁ ਦੱਸਾਂ, ਇਹਦੇ ਨਾਲ ਕੋਈ ਮੇਰੀ ਸ਼ੋਭਾ ਥੋੜਾ ਬਣਨੀ ਹੈ। ਸ਼ਬਦ ਦਾ ਅਰਥ ਹੈ ਸ਼ੋਭਾ। ਤੇ ਤੁਸੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰੋ, ਆਪ ਸੁਣਾਵੋ ਸਭ ਸੁਣ ਲੈ। ਤੁਸੀਂ ਆਪ ਹੀ ਕਿਰਪਾ ਕਰਕੇ ਸਾਰੇ ਵਿਚਿਆ ਸੁਣਾ ਦਿਓ ਤਾਂ ਕਿ ਸਾਰੇ ਹੀ ਸੁਣ ਲੈਣ। ਜੋਗਾ ਸਿੰਘ ਤੇ ਸੁਣ ਕਰ ਬ੍ਰਿੰਦ, ਕਹੇ ਖਾਲਸਾ ਕੋ ਮੁਕੰਦ। ਤੇ ਜੋਗਾ ਸਿੰਘ ਤੋਂ ਇਉਂ ਸਤਿਗੁਰੂ ਜੀ ਨੇ ਸੁਣ ਕੇ ਤੇ ਫਿਰ ਜਿਹੜੇ ਕੋਲ ਬੈਠੇ ਸਿੱਖ ਸਨ, ਕਹੇ ਖਾਲਸਾ ਕਹੋ ਮੁਕੰਦ, ਉਹਨਾਂ ਨੇ ਵੀ ਜੋਗਾ ਸਿੰਘ ਦੀ ਬੇਨਤੀ ਦੀ ਤਰ੍ਹਾਂ ਬੇਨਤੀ ਸਤਿਗੁਰਾਂ ਨੂੰ ਗੁਜ਼ਾਰੀ ਹੈ ਕਿ ਸਤਿਗੁਰ ਜੀ ਜੇ ਜੋਗਾ ਸਿੰਘ ਇਉਂ ਕਹਿ ਰਿਹਾ ਹੈ ਤੇ ਤੁਸੀਂ ਕਿਰਪਾ ਕਰਕੇ ਆਪਣੇ ਮੁਖਾਰ ਬਿੰਦ ਤੋਂ ਦੱਸੋ ਕਿ ਅੱਗੇ ਕੀ ਵਿਚਿਆ ਹੈ। ਸਭ ਕਲਗੀ ਤਰ ਸਕਲ ਸੁਣਾਈ, ਤਜ ਮੇਰੇ ਮਮ ਆਇਸ ਪਾਈ। ਫਿਰ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਾਰੀ ਗੱਲ ਦੱਸੀ। ਤਜ ਫੇਰੇ ਮਮ ਆਇਸ ਪਾਈ, ਕਹਿੰਦੇ ਮੈਂ ਕਿਵੇਂ ਇੱਕ ਸਿੰਘ ਨੂੰ ਮਗਰ ਭੇਜ ਦਿੱਤਾ ਸੀ। ਪਹਿਲਾਂ ਮੈਂ ਵਿਆਹ ਦੀ ਆਗਿਆ ਦੇ ਕੇ ਇਹਨੂੰ ਘਰ ਭੇਜ ਦਿੱਤਾ ਸੀ ਤੇ ਮੈਂ ਨਾਲ ਹੀ ਇੱਕ ਸਿੰਘ ਨੂੰ ਚਿੱਠੀ ਦੇ ਕੇ ਵੀ ਭੇਜ ਦਿੱਤਾ ਸੀ ਕਿ ਜਦੋਂ ਦੂਜਾ ਫੇਰਾ ਲੈ ਲਵੇ ਨਾ ਭਾਈ ਜੋਗਾ ਸਿੰਘ, ਦੂਜੇ ਫੇਰੇ ਤੋਂ ਬਾਅਦ ਉਹ ਮੇਰਾ ਸੰਦੇਸ਼, ਉਹ ਮੇਰੀ ਚਿੱਠੀ ਫੜਾ ਦੇਣੀ ਹੈ ਤੇ ਨਾਲ ਇਹ ਕਹਿ ਦੇਣਾ ਹੈ ਕਿ ਗੁਰੂ ਸਾਹਿਬ ਦਾ ਇਹ ਹੁਕਮ ਹੈ ਕਿ ਤੀਜਾ ਫੇਰਾ ਤਾਂ ਲੈਣਾ ਹੈ, ਪਹਿਲਾਂ ਇਹ ਚਿੱਠੀ ਪੜ੍ਹਨੀ ਹੈ, ਪਹਿਲਾਂ ਇਹ ਸੰਦੇਸ਼ ਪੜ੍ਹਨਾ ਹੈ। ਕਹਿੰਦੇ ਉਹ ਸਾਰੀ ਵਿਚਾਰ ਜੋ ਆਪਾਂ ਪ੍ਰਸੰਗ ਪਿਛਲੇ 2-3 ਦਿਨਾਂ ਤੋਂ ਸੁਣ ਚੁੱਕੇ ਹਾਂ, ਉਹ ਸਾਰਾ ਸਤਿਗੁਰੂ ਨੇ ਸੁਣਾਉਣਾ ਕੀਤਾ ਹੈ। ਔਰ ਹੁਸ਼ਿਆਰ ਆਏ ਕਰ ਡੇਰਾ, ਬਿਰਮਿਓ ਬਾਰ ਬਧੂ ਪੁਨੇਰਾ। ਤੇ ਕਹਿੰਦੇ ਇਸ ਤਰ੍ਹਾਂ ਇਹਨੇ ਮੇਰੀ ਆਗਿਆ ਮੰਨੀ, ਇਹਨੇ ਵਿੱਚੇ ਫੇਰੇ ਛੱਡ ਦਿੱਤੇ, ਕੋਈ ਸਮਾਜ ਦੀ ਪਰਵਾਹ ਨਹੀਂ ਕੀਤੀ। ਆਪਣੇ ਮਾਤਾ ਪਿਤਾ ਦੇ ਕਹਿਣ ਤੇ, ਸੱਸ ਸਹੁਰੇ ਦੇ ਕਹਿਣ ਤੇ ਵੀ ਇਹ ਰੁਕਿਆ ਨਹੀਂ ਤੇ ਉੱਥੋਂ ਇਹ ਚੱਲ ਪਿਆ ਤੇ ਪੁਰ ਹੁਸ਼ਿਆਰ ਆਏ ਕਰ ਡੇਰਾ। ਮੈਂ ਕੱਲ੍ਹ ਵੀ ਦੱਸਿਆ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਅਜੇ ਵੀ ਉਹ ਸਥਾਨ ਹੈ ਭਾਈ ਜੋਗਾ ਸਿੰਘ ਦੇ ਨਾਮ ਉੱਤੇ, ਜਿੱਥੇ ਆ ਕੇ ਇਹਨੇ ਰਾਤ ਕੱਟੀ, ਜਿੱਥੇ ਆ ਕੇ ਇਹਨੇ ਡੇਰਾ ਕੀਤਾ। ਔਰ ਸਤਿਗੁਰੂ ਜੀ ਕਹਿੰਦੇ ਬਿਰਮਿਓ ਬਾਰ ਬਧੂ ਪੁਨੇਰਾ, ਪਰ ਕਹਿੰਦੇ ਇਹ ਭਟਕ ਗਿਆ। ਬਿਰਮਿਓ ਦਾ ਅਰਥ ਭਟਕ ਜਾਣਾ। ਕਹਿੰਦੇ ਇੱਕ ਵੇਸ਼ਵਾ ਨੂੰ ਦੇਖ ਕੇ, ਵੇਸ਼ਵਾ ਦੇ ਕੋਠੇ ਤੇ ਵੇਸ਼ਵਾ ਨੂੰ ਖੜੀ ਦੇਖ ਕੇ ਇਹ ਉਥੋਂ ਭਟਕ ਗਿਆ। ਜੇ ਮੈਂ ਨਹੀਂ ਬਚਾਉ ਤਾਂ ਆਗਿਆਕਾਰੀ ਗੁਰ ਸਿੱਖ ਮਹਾ। ਕਹਿੰਦੇ ਇਹ ਮੇਰਾ ਮਹਾਨ ਗੁਰਸਿੱਖ ਹੈ, ਇਹ ਮੇਰਾ ਹੁਕਮ ਮੰਨਣ ਵਾਲਾ। ਆਗਿਆਕਾਰੀ ਦਾ ਅਰਥ ਹੈ ਕਹਿਣਾ ਮੰਨਣ ਵਾਲਾ, ਆਗਿਆ ਮੰਨਣ ਵਾਲਾ। ਕਹਿੰਦਾ ਇਹ ਮੇਰਾ ਆਗਿਆਕਾਰੀ ਗੁਰਸਿੱਖ ਹੈ ਤੇ ਜੇ ਮੈਂ ਇਹਨੂੰ ਉਥੋਂ ਨਾ ਬਚਾਉਂਦਾ, ਵਿਗੜੈ ਧਰਮ ਨਰਕ ਮੇ ਜੈ, ਮੁਝ ਗੁਰ ਕਰੇ ਕਾ ਬਲ ਪੈ। ਕਹਿੰਦੇ ਜੇ ਮੈਂ ਇਹਦੀ ਰੱਖਿਆ ਉਥੋਂ ਨਾ ਕਰਦਾ, ਇਹਨੂੰ ਉਸ ਪਾਪ ਅੱਗ ਦੇ ਵਿੱਚ ਡਿੱਗਣ ਤੋਂ ਨਾ ਬਚਾਉਂਦਾ, ਜੇ ਇਹ ਕਿਤੇ ਤਿਲਕ ਜਾਂਦਾ ਵਾਸ਼ਨਾਵਾਂ ਦੇ ਵਿੱਚ ਤੇ ਜੇ ਮੈਂ ਇਹਦੀ ਰੱਖਿਆ ਨਾ ਕਰਦਾ ਤੇ ਫਿਰ ਜੋਗਾ ਸਿੰਘ ਨੂੰ ਮੈਨੂੰ ਗੁਰੂ ਧਾਰਨ ਕਰਨ ਦਾ ਕੀ ਲਾਭ ਹੈ। ਮੁਝ ਗੁਰ ਕਰੇ ਕਹਾਂ ਫਲ ਪਹਿ, ਇਹਨੂੰ ਬੜਾ ਫਿਰ ਮੇਰੀ ਸੇਵਾ ਕਰਨ ਦਾ। ਇੰਨੇ ਸਾਲ ਬਚਪਨ ਤੋਂ ਆ ਕੇ ਅਨੰਦਪੁਰ ਸਾਹਿਬ ਵਿਖੇ ਇਹ ਰਹਿ ਰਿਹਾ ਹੈ, ਇਹਨੇ ਘਾੜ ਸੇਵਾ ਕਮਾਈ ਹੈ, ਇਹਨੂੰ ਇੰਨੀ ਸੇਵਾ ਦੀ ਕਮਾਈ ਕਰਨ ਦਾ ਕੀ ਫਾਇਦਾ ਹੋਇਆ। ਯਾ ਸਮ ਸਿੱਖ ਆਇਸ ਅਨਸਾਰੀ, ਜੇ ਕਰ ਭੂਲ ਜਾਏ ਇੱਕ ਵਾਰੀ। ਕਹਿੰਦੇ ਚਲੋ ਫਿਰ ਕੀ ਹੋਇਆ, ਜੇ ਗੁਰੂ ਦੇ ਸਿੱਖ ਦੇ ਕੋਲੋਂ ਇੱਕ ਵਾਰੀ ਭੁੱਲ ਹੋ ਗਈ ਹੈ ਤੇ ਗੁਰੂ ਪਿਆਰਿਓ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਡੇ ਕੋਲ ਇੱਕ ਨਹੀਂ, ਸਾਡੇ ਕੋਲ ਤੇ ਅਨੇਕਾਂ ਹੀ ਭੁੱਲਾਂ ਹੁੰਦੀਆਂ ਹਨ। ਅਸੀਂ ਪਤਾ ਨਹੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਸੌਣ ਵੇਲੇ ਤੱਕ, ਰਾਤ ਤੱਕ, ਪਤਾ ਹੀ ਨਹੀਂ ਦਿਨ ਦੇ ਵਿੱਚ ਕਿੰਨੀਆਂ ਕੁ ਭੁੱਲਾਂ ਕਰਦੇ ਹਾਂ। ਪਰ ਇਹ ਗੁਰੂ ਦਾ ਸੁਭਾਅ ਹੈ
ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਅਸੀਂ ਹਮੇਸ਼ਾ ਭੁੱਲਾਂ ਚੁੱਕਾਂ ਦੀ ਖਿਮਾ ਯਾਚਨਾ ਵਾਸਤੇ ਅਰਦਾਸ ਕਰਦੇ ਹਾਂ। ਸਾਡੀ ਇਹੋ ਬੇਨਤੀ ਸਤਿਗੁਰ ਦੇ ਪਾਸ ਹੈ। ਸਤਿਗੁਰ ਕਹਿੰਦੇ ਕੋਈ ਗੱਲ ਨਹੀਂ, ਕਿਉਂ? ਸਤਿਗੁਰ ਦਾ ਦਿਲ ਬੜਾ ਵੱਡਾ ਹੈ, ਸਤਿਗੁਰ ਦਾ ਸੁਭਾਅ ਬੜਾ ਕਮਾਲ ਦਾ ਹੈ। ਉਹ ਭੁੱਲਾਂ ਨਹੀਂ ਚਤਾਰਦਾ। ਕਿਉਂ? ਕਿਉਂਕਿ ਉਹ ਆਪ ਭੁੱਲਣਹਾਰ ਨਹੀਂ ਹੈ। ਅਭੁੱਲ ਗੁਰੂ ਕਰਤਾਰ ਹੈ ਤੇ ਕਰਤਾਰ ਦਾ ਸੁਭਾਅ ਹੈ ਬਖਸ਼ ਦੇਣਾ। ਤੇ ਇਸ ਤਰ੍ਹਾਂ ਉਹਨੇ ਜੋਗਾ ਸਿੰਘ ਨੂੰ ਵੀ ਬਖਸ਼ ਦਿੱਤਾ ਹੈ। ਤੋ ਗੁਰ ਤਿਸ ਕੋ ਲੇਤ ਬਚਾਏ, ਕਿਸੂ ਵਿਪਤ ਮੈਂ ਜੇ ਪਰ ਜਾਏ। ਤੇ ਸਤਿਗੁਰ ਜੀ ਕਹਿੰਦੇ ਅਸੀਂ ਉਹਦੀ ਵੀ ਰੱਖਿਆ ਕਰਾਂਗੇ। ਜਿਹੜਾ ਵੀ ਕੋਈ ਹੋਰ ਗੁਰਸਿੱਖ ਵੀ ਕਿਸੇ ਵਿਪਤਾ ਦੇ ਵਿੱਚ ਆ ਜਾਵੇ, ਇਹ ਨਹੀਂ ਕਿ ਜੇ ਜੋਗੇ ਦੇ ਨਾਲ ਬਚਨ ਹੋਇਆ ਸੀ ਕਿ ਮੈਂ ਤੇਰੇ ਜੋਗਾ ਹਾਂ ਤੇ ਸਿਰਫ ਸਤਿਗੁਰ ਜੋਗੇ ਹੀ ਹਨ। ਨਹੀਂ, ਕਹਿੰਦੇ ਹਰ ਗੁਰਸਿੱਖ ਦੀ ਮਦਦ ਵਾਸਤੇ ਸਤਿਗੁਰੂ ਤਿਆਰ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਤੇ ਗੁਰੂ ਪਿਆਰਿਓ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੱਜ ਵੀ ਜੇ ਸਾਨੂੰ ਕੋਈ ਸਮੱਸਿਆ ਹੈ, ਕੋਈ ਮੁਸ਼ਕਲ ਆਣ ਪਵੇ ਤੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ, ਜਾਪੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਗ ਵੇ ਭਜ ਖਲੇ। ਸਭੋ ਭਜੈ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਆ ਲੱਗੇ ਨਾ ਤੱਤੀ ਵਾਓ। ਅੱਜ ਵੀ ਸਤਿਗੁਰੂ ਤੱਤੀ ਵਾਵਾਂ ਨਹੀਂ ਲੱਗਣ ਦਿੰਦੇ। ਜੇ ਕੋਈ ਬੇਨਤੀ ਕਰੇ ਗਲ ਵਿੱਚ ਪੱਲਾ ਪਾ ਕੇ ਕਿ ਸਤਿਗੁਰ ਜੀ ਮੇਰੀ ਪੈਜ ਇੱਜ਼ਤ ਰੱਖ ਲਵੋ ਜੀ। ਇਸ ਕੇ ਸਮ ਸਿੱਖ ਗੁਰ ਸਮ ਹੋਏ, ਕਿਉ ਨਾ ਉੱਚ ਪਦ ਪ੍ਰਾਪਤ ਹੋਏ। ਪਰ ਕਹਿੰਦੇ ਇਹਦੇ ਵਰਗੀ ਜਿਹੜੀ ਸੇਵਾ ਹੈ, ਇਹਦੇ ਵਰਗਾ ਜਿਹੜਾ ਘਾਲਣਾ ਹੈ, ਉਹ ਕਿਸੇ ਦੂਜੇ ਨੇ ਨਹੀਂ ਘਾਲੀ। ਕਿਉਂ ਨਾ ਉੱਚ ਪਦ ਪ੍ਰਾਪਤ ਹੋਵੇ ਤੇ ਕਿਉਂ ਨਹੀਂ ਐਸੇ ਗੁਰਸਿੱਖ ਨੂੰ ਉੱਚਾ ਪਦ ਪ੍ਰਾਪਤ ਹੋਵੇ। ਇਸ ਏਮ ਕਹਿ ਕਿਰਪਾ ਦ੍ਰਿਸ਼ਟ ਤੇਰਾ, ਗਿਆਨਵਾਨ ਸਿੱਖ ਕਰ ਤਿਸ ਬੇਰਾ। ਤੇ ਇਸ ਤਰ੍ਹਾਂ ਜੋਗਾ ਸਿੰਘ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਸਤਿਗੁਰ ਨੇ ਪਾਈ ਹੈ। ਇਮ ਕਹਿ ਕਿਰਪਾ ਦ੍ਰਿਸ਼ਟ ਤੇ ਹੀਰਾ, ਗਿਆਨਵਾਨ ਸਿੱਖ ਕਰ ਤਿਸ ਬੇਰਾ। ਤੇ ਉਹਨੂੰ ਹੋਰ ਗਿਆਨ ਬਖਸ਼ਿਸ਼ ਕਰ ਦਿੱਤਾ ਹੈ, ਉਹਨੂੰ ਹੋਰ ਸਤਿਗੁਰ ਨੇ ਕਿਰਪਾ ਕਰ ਦਿੱਤੀ ਹੈ। ਘਰ ਕੋ ਪਠਿਓ ਗਇਓ ਤਤਕਾਲਾ, ਕਰੋ ਗ੍ਰਸਤ ਕੀ ਰੀਤ ਵਿਸਾਲਾ। ਜਿਵੇਂ ਆਪਾਂ ਪਿੱਛੇ ਵੀ ਸਰਵਣ ਕੀਤਾ ਹੈ ਕਿ ਸਤਿਗੁਰ ਜੀ ਨੇ ਉਸ ਸਿੱਖ ਨੂੰ ਕਿਹਾ ਸੀ ਕਿ ਜਦੋਂ ਦੂਜਾ ਫੇਰਾ ਜੋਗਾ ਸਿੰਘ ਲੈ ਲਵੇ ਉਦੋਂ ਉਹਨੂੰ ਚਿੱਠੀ ਫੜਾ ਦੇਣੀ ਹੈ। ਤੇ ਗੁਰੂ ਪਿਆਰਿਓ, ਜੇ ਕਿਤੇ ਧਿਆਨ ਦੇ ਨਾਲ ਸੋਚੀਏ ਅਸੀਂ ਕਿੱਥੇ ਖੜੇ ਹਾਂ, ਜੇ ਕਿਤੇ ਸਾਡੇ ਨਾਲ ਇਸ ਤਰ੍ਹਾਂ ਹੋਵੇ ਤੇ ਅਸੀਂ ਗੁਰੂ ਤਿਆਗ ਦੇਵਾਂਗੇ। ਅਸੀਂ ਕਹਾਂਗੇ ਨਹੀਂ, ਵਿਆਹ ਕਿਤੇ ਰੋਜ਼ ਥੋੜਾ ਹੋਣਾ ਹੈ, ਜ਼ਿੰਦਗੀ ਵਿੱਚ ਇੱਕੋ ਵਾਰ ਤੇ ਸਮਾਂ ਆਉਣਾ ਹੈ। ਗੁਰੂ ਬਦਲ ਲਵਾਂਗੇ, ਕੋਈ ਗੱਲ ਨਹੀਂ, ਗੁਰੂ ਕੋਲ ਜਾ ਕੇ ਮਾਫੀ ਮੰਗ ਲਵਾਂਗੇ, ਕੋਈ ਗੱਲ ਨਹੀਂ, ਗੁਰੂ ਨੂੰ ਕਹਿ ਦੇਵਾਂਗੇ ਕਿ ਮੈਂ ਨਹੀਂ ਆ ਸਕਿਆ, ਮੈਂ ਦੂਰ ਸੀ। ਪਰ ਨਹੀਂ, ਜੋਗਾ ਸਿੰਘ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨੇ ਸਤਿਗੁਰ ਦਾ ਵਚਨ ਮੰਨਿਆ। ਕਿਉਂ? ਕਿਉਂਕਿ ਗੁਰੂ ਕੰਮ ਦੇ ਵਿੱਚ ਵਿਘਨ ਪਾਉਂਦਾ ਨਹੀਂ, ਗੁਰੂ ਕੰਮ ਬਣਾਉਂਦਾ ਹੈ। ਗੁਰੂ ਨੇ ਸਿਰਫ ਪਰਖਣਾ ਹੀ ਸੀ ਤੇ ਪਰਖ ਤੇ ਜੋਗਾ ਸਿੰਘ ਪੂਰਾ ਉਤਰਿਆ। ਤੇ ਹੁਣ ਗੁਰੂ ਸਾਹਿਬ ਨੇ ਆਪ ਹੀ ਕਹਿ ਦਿੱਤਾ, ਘਰ ਕੋ ਪਠਿਓ ਗਇਓ ਤਤਕਾਲਾ, ਕਰੋ ਗ੍ਰਸਤ ਕੀ ਰੀਤ ਵਿਸਾਲਾ। ਕਿ ਭਾਈ ਜੋਗਾ ਸਿੰਘ, ਤੂੰ ਪਾਏ ਹੋਏ ਪਰਚੇ ਦੇ ਵਿੱਚ ਸਫਲਤਾ ਦੇ ਨਾਲ ਪਾਸ ਹੋਇਆ ਹੈ, ਤੂੰ ਸਫਲ ਹੈ। ਤੂੰ ਹੁਣ ਇਸ ਤਰ੍ਹਾਂ ਕਰ, ਤੂੰ ਆਪਣੇ ਘਰ ਜਾ ਤੇ ਆਪਣੀ ਘਰ ਗ੍ਰਸਤੀ ਜਾ ਕੇ ਸੰਭਾਲ। ਕੀਤਕ ਸਮੇਂ ਬਸ ਆਇਓ ਫੇਰ, ਰਹਿਓ ਸਮੀਪੀ ਦਰਸ਼ਨ ਹੀਰ। ਕਹਿੰਦੇ ਜੇ ਘਰ ਗ੍ਰਸਤੀ ਦੇ ਵਿੱਚੋਂ ਤੈਨੂੰ ਕਦੀ ਸਮਾਂ ਮਿਲੇ, ਕਦੀ ਵੇਲ ਮਿਲੇ, ਕਿਤੇ ਕੁ ਸਮੇਂ ਬਸ ਆਇਓ ਫੇਰ, ਤੇ ਤੂੰ ਫੇਰ ਮੇਰੇ ਕੋਲ ਆ ਜਾਇਆ ਕਰੀ। ਰਹਿਓ ਸਮੀਪੀ ਦਰਸ਼ਨ ਹੀਰ, ਪਰ ਮੈਂ ਸਦਾ ਹੀ ਤੇਰੇ ਅੰਗ ਸੰਗ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਇਸ ਤਰ੍ਹਾਂ ਸਤਿਗੁਰ ਨੇ ਇਹ ਅਸੀਸਾਂ ਦਿੰਦਿਆਂ ਹੋਇਆਂ, ਇਹ ਬਚਨ ਬਲਾਸ ਕਰਦਿਆਂ ਹੋਇਆਂ, ਇਹ ਬਖਸ਼ਿਸ਼ਾਂ ਵਰਤਾਉਂਦਿਆਂ ਹੋਇਆਂ ਜੋਗਾ ਸਿੰਘ ਨੂੰ ਵਧਾਈ ਦਿੱਤੀ ਹੈ। ਅੰਤ ਸਮੈ ਉੱਚੋ ਪਦ ਪਾਇਓ, ਚਰਨ ਕਮਲ ਗੁਰ ਕੇ ਰਸਮਾਇਓ। ਤੇ ਇੱਕ ਸਭ ਤੋਂ ਵੱਡੀ ਅਸੀਸ ਜਿਹੜੀ ਅਸੀਂ ਵੀ ਸਾਰੇ ਲੋਚਦੇ ਹਾਂ ਕਿ ਕਿਉਂ ਨਾ ਮਰਨ ਸਮੇਂ ਜਿਹੜੀ ਸਾਡੀ ਸ਼ੋਭਾ ਹੈ, ਜਿਉਂਦਿਆਂ ਵੀ ਅਤੇ ਮਰਨ ਤੋਂ ਬਾਅਦ ਵੀ ਅਸੀਂ ਉੱਤਮ ਪਦ ਨੂੰ ਪ੍ਰਾਪਤ ਹੋਈਏ। ਤੇ ਇਹ ਜਿਹੜੀ ਅਸੀਸ ਸਤਿਗੁਰਾਂ ਨੇ ਭਾਈ ਜੋਗਾ ਸਿੰਘ ਨੂੰ ਦਿੱਤੀ, ਅੰਤ ਸਮੇਂ ਉੱਚੋ ਪਦ ਪਾਇਓ।